ਧੰਨ ਵਾਹਿਗੁਰੂ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਭਾਸ ਨਾ ਪਰਿਆ ਰੇ। ਦਰਸ਼ਨ ਪਿਆਸੀ ਦਿਨ ਰਾਤ, ਚਿਤਵੋਂ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਤ ਸੰਗਤ ਜੀ, ਭਾਗਾਂ ਵਾਲੇ ਹੋ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਤਿਨਾਂ ਦੇ ਪਾਵਨ ਇਤਿਹਾਸਿਕ ਸਥਾਨ ਤੇ ਬੈਠ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹੋ। ਬੜੇ ਪਿਆਰ ਨਾਲ ਆਪ ਜੀ ਮੇਰੇ ਤੋਂ ਪਹਿਲਾਂ ਸਤਿਗੁਰਾਂ ਦੀ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸਤਿਕਾਰਯੋਗ ਰਾਗੀ ਸਿੰਘਾਂ ਦੇ ਪਾਸੋਂ ਸ਼ਰਵਣ ਕਰ ਰਹੇ ਸੀ। ਸਮਾਂ ਹੈ ਗੁਰਬਾਣੀ ਦੀਆਂ ਲੜੀਵਾਰ ਵਿਚਾਰਾਂ ਦਾ। ਬੜੇ ਪਿਆਰ ਨਾਲ ਵਿਚਾਰ ਅਧੀਨ ਸ਼ਲੋਕ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਪਾਸੋਂ ਸ਼ਰਵਣ ਕੀਤਾ ਹੈ। ਉਸ ਦੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਬੜੇ ਪਿਆਰ ਨਾਲ ਸਾਂਝੀ ਕਰੋ ਜੀ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਕੀ ਵਾਰ ਲੜੀਵਾਰ ਗੁਰਬਾਣੀ ਵਿਚਾਰ ਦੇ ਵਿੱਚ ਚੱਲ ਰਹੀ ਹੈ, ਜਿਸ ਦੀਆਂ ਆਪ ਜੀ ਨੇ 10 ਪੌੜੀਆਂ ਅਤੇ ਨਾਲ ਲੱਗਦੇ ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਨਿਤਾ ਪ੍ਰਤੀ ਆਪ ਜੀ ਵੱਖ ਵੱਖ ਬੁਲਾਰਿਆਂ ਪਾਸੋਂ, ਵਿਦਵਾਨਾਂ ਪਾਸੋਂ ਗੁਰਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋ। 11 ਨੰਬਰ ਪੌੜੀ ਦਾ ਪਹਿਲਾ ਸ਼ਲੋਕ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ, ਤਿਨਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ ਨੰਬਰ 305 ਉੱਤੇ ਸੁਭਾਇਮਾਨ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਜੀਵਨ ਦੀ ਮਹਾਨ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਕੋਈ ਵੀ ਵਸਤੂ ਜਦੋਂ ਆਪਣੇ ਮੂਲ ਨੂੰ ਤਿਆਗ ਦਿੰਦੀ ਹੈ ਤਾਂ ਫਿਰ ਉਹ ਆਪਣੇ ਅਸਲੇ ਵਿੱਚ ਨਹੀਂ ਰਹਿੰਦੀ। ਉਹ ਆਪਣੇ ਰੂਪ ਨੂੰ, ਆਪਣੇ ਢੰਗ ਨੂੰ ਬਦਲ ਦਿੰਦੀ ਹੈ। ਇਹ ਜ਼ਰੂਰੀ ਹੈ। ਜਦ ਕੋਈ ਵੀ ਵਸਤੂ ਆਪਣੇ ਮੂਲ ਨੂੰ ਤਿਆਗਦੀ ਹੈ ਤਾਂ ਉਹਦੇ ਵਿੱਚ ਬਦਲਾਅ ਆਉਣਾ ਲਾਜ਼ਮੀ ਹੈ।
ਜਿਵੇਂ ਇੱਕ ਫੁੱਲ ਹੈ, ਉਹ ਟਾਹਣੀ ਦੇ ਨਾਲ ਲੱਗਾ ਹੈ, ਬੂਟੇ ਦੇ ਨਾਲ ਲੱਗਾ ਹੋਇਆ ਹੈ। ਜਦ ਤੱਕ ਬੂਟੇ ਨਾਲ ਲੱਗਾ ਹੋਇਆ ਤਦ ਤੱਕ ਉਹ ਖੁਸ਼ਬੂ ਵੀ ਦਿੰਦਾ ਹੈ ਤੇ ਜਵਾਨ ਵੀ ਰਹਿੰਦਾ ਹੈ। ਇਹ 'ਚ ਕੋਈ ਦੋ ਰਾਏ ਨਹੀਂ। ਜਦੋਂ ਉਹ ਟਾਹਣੀ ਤੋਂ ਟੁੱਟ ਜਾਂਦਾ ਹੈ, ਖੁਸ਼ਬੂ ਉਦੋਂ ਵੀ ਦਿੰਦਾ ਹੈ, ਪਰ ਉਹ ਟਾਹਣੀ ਤੋਂ ਟੁੱਟਣ ਤੋਂ ਬਾਅਦ ਕੁਝ ਸਮੇਂ ਲਈ ਖੁਸ਼ਬੂ ਦਿੰਦਾ ਹੈ, ਚੰਦ ਘੜੀਆਂ ਲਈ। ਜਿਹੜਾ ਫੁੱਲ ਟਾਹਣੀ ਨਾਲ ਲੱਗਾ ਹੋਇਆ ਸੀ, ਜਿਹਨੂੰ ਵੇਖਣ ਵਾਸਤੇ ਲੋਕ ਦੂਰੋਂ ਦਰੇਡਿਆਂ ਤੋਂ ਆਉਂਦੇ ਸੀ, ਅੱਜ ਜਦੋਂ ਉਹ ਟਾਹਣੀ ਤੋਂ ਟੁੱਟ ਗਿਆ, ਕੁਝ ਸਮੇਂ ਤੱਕ ਤਾਂ ਉਹ ਸਾਰਿਆਂ ਨੂੰ ਚੰਗਾ ਲੱਗਿਆ, ਪਰ ਕੁਝ ਸਮੇਂ ਬਾਅਦ ਉਹੀ ਫੁੱਲ ਡਸਟਬਿਨ ਦਾ ਸ਼ਿੰਗਾਰ ਬਣ ਜਾਂਦਾ ਹੈ। ਕਿਉਂ ਬਣਿਆ? ਕਿਉਂਕਿ ਉਹ ਆਪਣੇ ਅਸਲੇ ਤੋਂ, ਆਪਣੇ ਮੂਲ ਤੋਂ ਟੁੱਟ ਗਿਆ, ਥਿੜਕ ਗਿਆ। ਮੂਲ ਦੇ ਨਾਲ ਜੁੜ ਕੇ ਰਹਿਣ ਵਾਲਾ ਹਮੇਸ਼ਾ ਜਿਉਂਦਾ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇੱਕ ਕਮਾਲ ਦੀ ਉਦਾਹਰਣ ਦਿੱਤੀ ਹੈ। ਪਾਤਸ਼ਾਹ ਗੁਰਬਾਣੀ ਵਿੱਚ ਕਹਿੰਦੇ ਨੇ, ਇੱਕ ਔਰਤ ਨੇ ਆਪਣੇ ਘਰ ਵਿੱਚ ਕਣਕ ਨੂੰ ਪੀਸਿਆ। ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਚੱਕੀਆਂ ਘਰ ਦੇ ਵਿੱਚ ਹੁੰਦੀਆਂ ਸਨ। ਅੱਜ ਕੱਲ੍ਹ ਤਾਂ ਹੋ ਸਕਦਾ ਸਾਨੂੰ ਚੱਕੀ ਦਾ ਹੀ ਨਾ ਪਤਾ ਹੋਵੇ ਹੁੰਦਾ ਕੀ ਹੈ। ਅੱਜ ਦੇ ਨੌਜਵਾਨਾਂ ਨੂੰ, ਕਿਉਂਕਿ ਅੱਜ ਕੱਲ੍ਹ ਸਾਰਾ ਕੁਝ ਰੈਡੀਮੇਡ ਮਿਲਣ ਲੱਗ ਗਿਆ, ਤਾਂ ਪੁਰਾਣੇ ਵਾਲਾ ਸਮਾਂ ਜਿਹੜਾ ਹੈ ਉਹ ਖੁੰਝ ਗਿਆ। ਬਜ਼ੁਰਗ ਬੈਠੇ ਨੇ, ਇਹਨਾਂ ਨੂੰ ਪਤਾ ਹੋਏਗਾ ਕਿ ਪਹਿਲਾਂ ਅਸੀਂ ਕਣਕ ਨੂੰ ਧੋ ਕੇ, ਸੁਕਾ ਕੇ, ਫਿਰ ਚੱਕੀ 'ਤੇ ਲੈ ਕੇ ਜਾਂਦੇ ਸੀ, ਉਹਦਾ ਆਟਾ ਪਿਸਾ ਕੇ ਲਿਆਉਂਦੇ ਸੀ, ਫਿਰ ਜਾ ਕੇ ਕਿਤੇ ਰੋਟੀ ਪੱਕਦੀ ਸੀ। ਅੱਜ ਕੱਲ੍ਹ ਇੰਨਾ ਕੁਝ ਕਰਨ ਦੀ ਜ਼ਰੂਰਤ ਨਹੀਂ। ਦੁਕਾਨ ਤੋਂ ਜਾਓ, ਪੀਸਿਆ ਹੋਇਆ ਆਟਾ ਤੁਹਾਨੂੰ ਮਿਲ ਜਾਏਗਾ, ਪੈਕਟਾਂ ਦੇ ਵਿੱਚ ਬੰਦ। ਉਸ ਤੋਂ ਵੀ ਥੋੜ੍ਹਾ ਜਿਹਾ ਪਹਿਲੇ ਸਮੇਂ ਵਿੱਚ ਚਲੇ ਜਾਈਏ ਤਾਂ ਪਹਿਲਾਂ ਚੱਕੀਆਂ 'ਤੇ ਜਾਣ ਦੀ ਜ਼ਰੂਰਤ ਨਹੀਂ ਸੀ ਹੁੰਦੀ, ਘਰ ਦੇ ਵਿੱਚ ਹੀ ਚੱਕੀਆਂ ਹੁੰਦੀਆਂ ਸੀ। ਦੋ ਪੱਥਰ ਦੇ ਟੁਕੜੇ ਆਪਸ ਵਿੱਚ ਮਿਲਾ ਕੇ, ਜਿਹੜਾ ਥੱਲੇ ਵਾਲਾ ਪੱਥਰ ਦਾ ਟੁਕੜਾ ਹੁੰਦਾ ਸੀ ਉਹ ਪਲੇਨ ਹੁੰਦਾ ਸੀ, ਤੇ ਉਹਦੇ ਵਿੱਚ ਦੀ ਇੱਕ ਡੰਡਾ ਗੱਡਿਆ ਹੁੰਦਾ ਸੀ। ਜਿਹੜਾ ਉੱਪਰੋਂ ਇੱਕ ਪੱਥਰ ਰੱਖਿਆ ਜਾਂਦਾ ਸੀ, ਉਹਦੇ ਮੇਨ ਵਿਚਕਾਰ ਇੱਕ ਹੋਲ ਕੀਤਾ ਜਾਂਦਾ ਸੀ, ਉਸ ਨੂੰ ਡੰਡੇ ਵਿੱਚ ਦੀ ਪਾ ਕੇ ਦੋਵਾਂ ਪੁੜਾਂ ਨੂੰ ਜੋੜ ਦਿੱਤਾ ਜਾਂਦਾ ਸੀ। ਗੁਰਬਾਣੀ ਨੇ ਇਹ ਉਦਾਹਰਣ ਦਿੱਤੀ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਜਾਏ ਬਹਿਠ। ਦੋਵਾਂ ਪੁੜਾਂ ਨੂੰ ਜੋੜ ਕੇ ਕਣਕ ਨੂੰ ਪੀਸਣ ਲੱਗੇ। ਕਮਾਲ ਦੀ ਗੱਲ ਹੈ, ਕਹਿੰਦੇ ਜੋ ਦਰ ਰਹੇ ਸੋ ਉਭਰੈ, ਨਾਨਕ ਅਜਬ ਡਿਠ। ਇਹ ਕਮਾਲ ਦੀ ਗੱਲ ਹੈ, ਜਿਹੜੇ ਤਾਂ ਉਸ ਡੰਡੇ ਦੇ ਨਾਲ ਜੁੜੇ ਰਹਿ ਗਏ, ਲੱਗੇ ਰਹਿ ਗਏ, ਉਹ ਬਚ ਗਏ। ਜਿਨ੍ਹਾਂ ਨੇ ਵੀ ਉਸ ਡੰਡੇ ਨੂੰ ਤਿਆਗਿਆ, ਉਸ ਡੰਡੇ ਤੋਂ ਦੂਰ ਹੋਏ, ਉਹ ਸਾਰੇ ਦੇ ਸਾਰੇ ਪੀਸੇ ਗਏ। ਇਹ ਉਦਾਹਰਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਵਿੱਚ ਬਖਸ਼ੀ। ਕਹਿਣ ਤੋਂ ਭਾਵ, ਆਪਣੇ ਮੂਲ ਨੂੰ ਤਿਆਗਣ ਤੋਂ ਬਾਅਦ ਹਰ ਕੋਈ ਆਪਣਾ ਅਸਲਾ ਤਿਆਗ ਦਿੰਦਾ ਹੈ। ਜਦੋਂ ਗੁਰੂ ਦੇ ਕੋਲ ਅਸੀਂ ਹਾਂ, ਗੁਰੂ ਦੇ ਨਾਲ ਜੁੜੇ ਹਾਂ, ਤਦ ਅਸੀਂ ਸੋਹਣੇ ਸੁਚੱਜੇ ਹਾਂ, ਗੁਣਵਾਨ ਹਾਂ। ਜਦ ਹੀ ਗੁਰੂ ਤੋਂ ਟੁੱਟੇ, ਉਸੇ ਟਾਈਮ ਦੁਨਿਆਵੀ ਕਾਰਜਾਂ ਨੇ, ਮਾਇਆ ਨੇ ਸਾਨੂੰ ਆਪਣੇ ਵਿੱਚ ਪੀਸ ਲਿਆ। ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਵਾਰ-ਵਾਰ ਇੱਕ ਗੱਲ ਕਹੀ ਕਿ ਤੂੰ ਆਪਣੇ ਮੂਲ ਦੇ ਨਾਲ ਜੁੜਿਆ ਰਹਿ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਮਨ, ਤੂੰ ਉਸ ਅਕਾਲ ਪੁਰਖ ਦੀ ਜੋਤ ਹੈ, ਤੂੰ ਉਸ ਮੂਲ ਦੀ ਅੰਸ਼ ਹੈ। ਤੂੰ ਆਪਣੇ ਅਸਲੇ ਨੂੰ ਪਛਾਣ ਤੇ ਉਹਦੇ ਨਾਲ ਜੁੜ ਕੇ ਰਹਿ। ਮਤਾ ਸੋਚ ਕਿ ਉਹ ਤੇਰੇ ਤੋਂ ਕਿਤੇ ਦੂਰ ਹੈ। ਮਨ, ਹਰ ਜੀ ਤੇਰੇ ਨਾਲ ਹੈ। ਹਰ ਜੀ ਹੈ ਅਕਾਲ ਪੁਰਖ ਹਮੇਸ਼ਾ ਤੇਰੇ ਨਾਲ ਹੈ, ਤੇਰੇ ਅੰਗ ਸੰਗ ਹੈ।
ਤੇ ਜਦੋਂ ਅੰਗ ਸੰਗ ਦੀ ਗੱਲ ਕੀਤੀ ਨਾ ਤੇ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ, ਕਿਸੇ ਨੇ ਪੁੱਛ ਲਿਆ ਵੀ ਰੱਬ ਦੂਰ ਹੈ। ਮਹਾਰਾਜ ਰਵਿਦਾਸ ਪਾਤਸ਼ਾਹ ਭਗਤ ਜੀ ਕਹਿੰਦੇ ਨੇ, ਕਹਿੰਦੇ ਨਹੀਂ, ਰੱਬ ਨੇੜੇ ਹੈ। ਪੁੱਛਿਆ ਕਿੰਨੀ ਕੁ ਨੇੜੇ ਹੈ? ਰਵਿਦਾਸ ਭਗਤ ਜੀ ਕਹਿੰਦੇ ਨੇ, ਕਹਿੰਦੇ ਹੱਥ ਤੋਂ ਵੀ ਨੇੜੇ ਉਹ ਰੱਬ ਹੈ। ਹੱਥ ਵੀ ਦੂਰ ਹੈ ਸਾਡੇ ਤੋਂ, ਹੱਥ ਦੀ ਵੀ ਦੂਰੀ ਸਾਡੇ ਤੋਂ ਦੂਰ ਹੈ, ਰੱਬ ਹੱਥ ਤੋਂ ਵੀ ਨੇੜੇ ਹੈ। ਕਮਾਲ ਦੀ ਗੱਲ, ਇਹ ਗੱਲ ਗੁਰੂ ਸਾਹਿਬ ਜੀ ਨੇ ਸਾਰੀ ਦੁਨੀਆ ਨੂੰ ਦੇਖ ਕੇ ਹੀ ਕਹੀ ਹੋਏਗੀ। ਫਰੀਦ ਸਾਹਿਬ ਜੀ ਨੇ ਜਦ ਆਸੇ-ਪਾਸੇ ਦੁਨੀਆ ਨੂੰ ਦੇਖਿਆ, ਰੱਬ ਨੂੰ ਲੱਭਣ ਵਾਸਤੇ ਲੋਕ ਜੰਗਲਾਂ ਨੂੰ ਤੁਰ ਪਏ, ਰੱਬ ਨੂੰ ਲੱਭਣ ਵਾਸਤੇ ਲੋਕ ਤਪ ਸਾਧਨ ਲੱਗ ਗਏ, ਦੂਰ ਦੁਰੇਡੇ ਘਰ-ਬਾਰ ਤਿਆਗ ਕੇ ਤੁਰ ਪਏ। ਪੁੱਛਿਆ ਕਿਸੇ ਨੇ ਕੀ ਲੈਣ ਚੱਲੇ ਆ? ਜਵਾਬ ਦਿੱਤਾ, ਜੀ ਰੱਬ ਨੂੰ ਮਿਲਣ ਚੱਲੇ ਆ, ਰੱਬ ਨੂੰ ਲੱਭਣ ਚੱਲੇ ਆ। ਫਰੀਦ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਸ਼ਲੋਕ ਦਰਜ ਕਰ ਦਿੱਤਾ, ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੈ। ਤੂੰ ਜੰਗਲਾਂ ਦੇ ਵਿੱਚ ਕੀ ਲੈਣ ਜਾ ਰਿਹਾ? ਰੱਬ ਨੂੰ ਲੱਭਣ ਜਾ ਰਿਹਾ? ਨਹੀਂ ਮਿਲਣਾ। ਕਿਉਂ? ਕਿਉਂਕਿ ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੈ। ਉਹ ਤਾਂ ਤੇਰੇ ਅੰਦਰ ਵਸਦਾ, ਹਿਰਦੇ ਵਿੱਚ ਵਸ ਰਿਹਾ ਹੈ ਰੱਬ, ਜੰਗਲਾਂ ਦੇ ਵਿੱਚ ਥੋੜ੍ਹੀ ਮਿਲਣਾ ਹੈ। ਰੱਬ ਜਦੋਂ ਅਸੀਂ ਉਸ ਦੀ ਅਵਸਥਾ ਤੱਕ ਪਹੁੰਚਦੇ ਹਾਂ, ਜਦੋਂ ਆਪਣੇ ਗੁਣਾਂ ਨੂੰ, ਆਪਣੇ ਫਰਜ਼ਾਂ ਨੂੰ ਪਛਾਣ ਲੈਂਦੇ ਹਾਂ, ਉਦੋਂ ਰੱਬ ਦੀ ਅਵਸਥਾ ਤੱਕ ਪਹੁੰਚਿਆ ਜਾਂਦਾ ਹੈ। ਘਰ ਬੈਠਿਆਂ ਹੀ ਕੰਮਾਂ ਕਾਰਾਂ ਦੇ ਵਿੱਚ ਰਹਿੰਦੇ ਹਾਂ, ਐਵੇਂ ਥੋੜ੍ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਹਿ ਦਿੱਤਾ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਮ ਪਾਈਐ। ਇਸ ਸੰਸਾਰ ਸਮੁੰਦਰ ਦੇ ਵਿੱਚ ਰਹਿੰਦਿਆਂ, ਕਾਰਜਾਂ ਵਿੱਚ ਰਹਿੰਦਿਆਂ, ਉਸ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨਾ, ਇਹ ਹੀ ਅਸਲ ਵਿੱਚ ਤੇਰਾ ਟੀਚਾ ਹੈ। ਗੁਰੂ ਪਿਆਰਿਓ, ਜਦੋਂ ਕੋਈ ਬੰਦਾ ਸੰਗਮਰਮਰ ਦੇ ਵਿੱਚ ਬੈਠਾ ਹੋਵੇ, ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਬੈਠਾ ਹੋਵੇ, ਉਹਨੂੰ ਕੱਪੜੇ ਗੰਦੇ ਕਰਨ ਦਾ ਕੋਈ ਡਰ ਨਹੀਂ ਰਹਿੰਦਾ। ਉਹਨੂੰ ਥੋੜ੍ਹੀ ਡਰ ਹੈ ਕੋਈ ਮੇਰੇ ਗੰਦਾ ਹੋ ਜਾਏਗਾ, ਕੋਈ ਕੱਪੜਾ ਮੈਲਾ ਹੋ ਜਾਏਗਾ। ਉਹ ਤਾਂ ਭਾਵੇਂ ਇੱਕ ਕੱਪੜੇ ਨੂੰ ਮਹੀਨਾ ਨਾ ਲਾਵੇ ਤਾਂ ਵੀ ਉਹਦਾ ਗੰਦਾ ਨਹੀਂ ਹੁੰਦਾ ਕੱਪੜਾ। ਪਰ ਗੱਲ ਤਾਂ ਬਣਦੀ ਹੈ ਜਦ ਆਸੇ-ਪਾਸੇ ਗੰਦਗੀ ਹੋਵੇ, ਉਸ ਗੰਦਗੀ ਦੇ ਵਿੱਚੋਂ ਬਚਾ ਕੇ ਨਿਕਲ ਕੇ ਬੰਦਾ ਆਵੇ, ਆਪਣੇ ਕੱਪੜੇ ਨੂੰ ਸਾਫ਼ ਰੱਖੇ। ਗੁਰੂ ਸਾਹਿਬ ਜੀ ਕਹਿੰਦੇ ਤਾਂ ਇਹ ਅਸਲ ਵਿੱਚ ਤੇਰੀ ਜ਼ਿੰਦਗੀ ਦਾ ਟੀਚਾ ਹੈ ਕਿ ਆਸੇ-ਪਾਸੇ ਤੇਰੇ ਗੰਦ ਹੈ, ਇਹ ਸੰਸਾਰ ਹੈ, ਸਾਗਰ ਹੈ, ਚਿੱਕੜ ਹੈ। ਇਸ ਮਾਇਆ ਰੂਪੀ ਸੰਸਾਰ ਸਾਗਰ ਚਿੱਕੜ ਤੋਂ ਤੂੰ ਕਮਲ ਦੇ ਵਾਂਗ ਬਚ ਕੇ ਨਿਕਲਣਾ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗ ਤੇ ਪਾਈਏ। ਜਿਹੜਾ ਇਸ ਤਰ੍ਹਾਂ ਬਚ ਜਾਏਗਾ ਮਾਇਆ ਦੀ ਕਾਲਖ ਤੋਂ, ਸਤਿਗੁਰੂ ਜੀ ਕਹਿੰਦੇ ਉਹ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ, ਉਹਦੀ ਅਵਸਥਾ ਪਰਮਾਤਮਾ ਦੇ ਬਰਾਬਰ ਹੋ ਜਾਂਦੀ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਜਦੋਂ ਹੀ ਉਸ ਆਪਣੇ ਮੂਲ ਨੂੰ ਤਿਆਗਿਆ ਤਾਂ ਮਨ ਦੇ ਵਿੱਚ, ਮਨ ਨੂੰ ਵਿਕਾਰਾਂ ਨੇ ਘੇਰ ਲਿਆ। ਜਿੱਦਾਂ ਕੋਈ ਕਿਸ਼ਤੀ ਲੈ ਕੇ ਸਮੁੰਦਰ ਦੇ ਵਿੱਚ ਜਾਂਦਾ ਹੈ ਨਾ, ਤਾਂ ਉਹਦੇ ਕੋਲ ਦੋ ਜਗ੍ਹਾਵਾਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਜਗ੍ਹਾ ਉਹਨੂੰ ਚੁਣਨੀ ਹੀ ਪਏਗੀ। ਜਾਂ ਤਾਂ ਸੱਜੇ ਪਾਸੇ ਵਾਲਾ ਕਿਨਾਰਾ ਚੁਣੇਗਾ ਜਾਂ ਖੱਬੇ ਪਾਸੇ ਵਾਲਾ ਕਿਨਾਰਾ ਚੁਣੇਗਾ। ਇੱਕ ਬੰਨਾ, ਇੱਕ ਕਿਨਾਰਾ ਉਸ ਨੂੰ ਲੈਣਾ ਹੀ ਪਏਗਾ। ਸਮੁੰਦਰ ਵਿੱਚ ਕਿੰਨਾ ਕੁ ਟਾਈਮ ਰਹਿ ਸਕਦਾ ਹੈ? ਇਸੇ ਤਰ੍ਹਾਂ ਇਨਸਾਨ ਹੈ, ਇਹਦੇ ਅੱਗੇ ਵੀ ਦੋ ਅਵਸਥਾਵਾਂ ਆ ਜਾਂਦੀਆਂ ਨੇ, ਇੱਕ ਗੁਰੂ ਵਾਲੀ, ਇੱਕ ਵਿਕਾਰਾਂ ਵਾਲੀ। ਗੁਰੂ ਵਾਲੀ ਅਵਸਥਾ ਇਹਨੂੰ ਧਾਰਨ ਕਰਨੀ ਪੈਂਦੀ ਹੈ, ਗੁਰੂ ਕੋਲ ਆਉਣਾ ਪੈਂਦਾ ਹੈ, ਗੁਰੂ ਦੀ ਗੱਲ ਮੰਨਣੀ ਪੈਂਦੀ ਹੈ, ਗੁਰੂ ਦੀ ਵਿਚਾਰ ਸੁਣਨੀ ਪੈਂਦੀ ਹੈ, ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਪੈਂਦਾ, ਫਿਰ ਜਾ ਕੇ ਗੁਰੂ ਵਾਲਾ ਬਣਦਾ ਹੈ। ਪਰ ਜਿਸ ਦਿਨ ਇਹਨੇ ਗੁਰੂ ਵਾਲੇ ਵਿਚਾਰ ਨੂੰ ਛੱਡਿਆ ਤਾਂ ਮਾਇਆ ਦੀ ਵਿਚਾਰ ਨੂੰ ਸਿੱਖਣ ਦੀ ਜ਼ਰੂਰਤ ਨਹੀਂ ਪੈਣੀ, ਔਗਣਾਂ ਨੂੰ ਸਿੱਖਣ ਦੀ ਜ਼ਰੂਰਤ ਨਹੀਂ ਪੈਣੀ। ਤੁਸੀਂ ਕਈ ਵਾਰ ਦੇਖਿਆ ਹੋਵੇਗਾ, ਕਿਸਾਨ ਆਪਣੀ ਖੇਤੀ ਜਦੋਂ ਕਰਦਾ ਹੈ ਤਾਂ ਉਸ ਜ਼ਮੀਨ ਦੇ ਵਿੱਚ ਸਿਰਫ ਬੀਜ ਬੀਜਦਾ ਹੈ। ਕਾਹਦਾ? ਕਣਕ ਦਾ ਵਿੱਤਰ ਹੈ ਤਾਂ ਕਣਕ ਦਾ ਬੀਜ ਬੀਜਦਾ ਹੈ, ਨਰਮੇ ਦਾ ਹੈ ਤਾਂ ਨਰਮੇ ਦਾ ਬੀਜ ਬੀਜੇਗਾ, ਝੋਨੇ ਦਾ ਹੈ ਤਾਂ ਝੋਨਾ ਬੀਜਦਾ ਹੈ। ਉਹ ਸਿਰਫ
ਚੰਗੀ ਚੀਜ਼ ਬੀਜਦਾ ਜਿਹੜੀ ਉੱਗ ਕੇ ਉਸ ਨੂੰ ਕੋਈ ਫਲ ਦਿੰਦੀ ਹੈ। ਪਰ ਤੁਸੀਂ ਆਮ ਹੀ ਦੇਖਿਆ ਹੋਵੇਗਾ, ਕਣਕ ਦੀ ਫਸਲ ਦੇ ਨਾਲ ਨਦੀਨ ਆਪਣੇ ਆਪ ਹੀ ਆ ਜਾਂਦੇ ਨੇ, ਉਹ ਪੈਦਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਸਗੋਂ ਨਦੀਨਾਂ ਨੂੰ ਕੱਢਿਆ ਜਾਂਦਾ ਹੈ। ਗੁਣ ਪੈਦਾ ਕਰਨੇ ਪੈਂਦੇ ਨੇ, ਗੁਣਾਂ ਨੂੰ ਸਿੱਖਿਆ ਜਾਂਦਾ ਹੈ। ਔਗਣ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ, ਗਲਤੀਆਂ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ। ਗੁਰੂ ਪਿਆਰਿਓ, ਝੂਠ ਬੋਲਣਾ ਕਦੇ ਕਿਸੇ ਤੋਂ ਨਹੀਂ ਸਿੱਖਿਆ ਜਾਂਦਾ, ਬੰਦਾ ਆਪਣੇ ਆਪ ਹੀ ਬੋਲ ਦਿੰਦਾ। ਸੱਚ ਬੋਲਣਾ ਸਿੱਖਣਾ ਪੈਂਦਾ। ਹੰਕਾਰ ਆਪਣੇ ਵਿੱਚ ਪੈਦਾ ਕਰਨਾ ਕਿਸੇ ਤੋਂ ਸਿੱਖਣ ਦੀ ਜ਼ਰੂਰਤ ਥੋੜ੍ਹੀ ਹੈ, ਕੋਈ ਉਦਾਹਰਨਾਂ ਦੇਣ ਦੀ ਜ਼ਰੂਰਤ ਥੋੜ੍ਹੀ ਹੈ ਵੀ ਫਲਾਣਾ ਇੰਨਾ ਹੰਕਾਰੀ ਹੈ, ਭਾਈ ਤੂੰ ਵੀ ਹੰਕਾਰ ਕਰ। ਆਪਣੇ ਅੰਦਰ ਨਿਮਰਤਾ ਸਿੱਖਣ ਦੀ ਜ਼ਰੂਰਤ ਹੈ। ਫਲਾਣਾ ਦੇਖ, ਫਲਾਣਾ ਮਹਾਂਪੁਰਖ ਦੇਖ, ਗੁਰੂ ਦੀਆਂ ਉਦਾਹਰਨਾਵਾਂ ਅਸੀਂ ਦਿੰਦੇ ਹਾਂ, ਗੁਰੂ ਦੇ ਸਿੱਖਾਂ ਦੀਆਂ ਉਦਾਹਰਨਾਵਾਂ ਅਸੀਂ ਦਿੰਦੇ ਹਾਂ। ਕਾਹਦੇ ਲਈ? ਆਪਣੇ ਅੰਦਰ ਨਿਮਰਤਾ ਪੈਦਾ ਕਰਨ ਵਾਸਤੇ, ਆਪਣੇ ਅੰਦਰ ਚੰਗਿਆਈਆਂ ਪੈਦਾ ਕਰਨ ਵਾਸਤੇ। ਕਦੇ ਕਿਸੇ ਨੇ ਔਰੰਗਜ਼ੇਬ ਦੀ ਉਦਾਹਰਨ ਦਿੱਤੀ ਹੈ ਆਪਣੇ ਬੱਚਿਆਂ ਨੂੰ ਵੀ ਤੁਸੀਂ ਉਹਦੇ ਅੰਨੀ ਦੇਖੋ, ਉਹਦੇ ਵਾਂਗੂ ਬਣੋ? ਕਦੇ ਕਿਹਾ ਕਿਸੇ ਨੇ? ਨਹੀਂ। ਪਰ ਉਹਦੇ ਵਰਗੇ ਬੱਚੇ ਅੱਜ ਕੱਲ੍ਹ ਆਮ ਹੀ ਬਣ ਜਾਂਦੇ ਨੇ, ਆਮ ਹੀ ਬੱਚੇ ਉੱਧਰ ਚਲੇ ਜਾਂਦੇ ਨੇ। ਜਿਸ ਤਰ੍ਹਾਂ ਔਰੰਗਜ਼ੇਬ ਨੇ ਕੀਤਾ ਉਸ ਤਰੀਕੇ ਵਿੱਚ ਬੱਚੇ ਆਪਣੇ ਆਪ ਚਲੇ ਜਾਂਦੇ ਨੇ। ਸਾਹਿਬਜ਼ਾਦਿਆਂ ਵਾਂਗ ਬਣਾਉਣ ਵਾਸਤੇ ਬੱਚਿਆਂ ਨੂੰ ਸਾਖੀਆਂ ਸੁਣਾਉਣੀਆਂ ਪੈਂਦੀਆਂ, ਬੱਚਿਆਂ ਨੂੰ ਉਹਨਾਂ ਦੇ ਜੀਵਨ ਦੱਸਣੇ ਪੈਂਦੇ ਨੇ, ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸੁਣਾਉਣੀਆਂ ਪੈਂਦੀਆਂ ਨੇ। ਭਾਵ ਚੰਗਿਆਈ ਹਮੇਸ਼ਾ ਸਿੱਖਣੀ ਪੈਂਦੀ ਹੈ, ਬੁਰਿਆਈ ਸਿੱਖਣ ਦੀ ਜ਼ਰੂਰਤ ਨਹੀਂ, ਉਹ ਆਟੋਮੈਟਿਕਲੀ ਸਾਡੇ ਵਿੱਚ ਆ ਜਾਂਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਜੋ ਅੱਜ ਦਾ ਇਹ ਵਿਚਾਰ ਅਧੀਨ ਸ਼ਲੋਕ ਸਾਨੂੰ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਹਨ। ਸ਼ਲੋਕ ਮਹਲਾ ਚੌਥਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਲੋਕ। ਮਲ ਜੂਈ ਭਰਿਆ, ਨੀਲਾ ਕਾਲਾ ਖਿਦੋਲੜਾ, ਤਿੰਨ ਵੇ ਮੁਖੈ ਨੋ ਪਾਇਆ। ਮਲ ਜੂਈ ਭਰਿਆ, ਗੁਰੂ ਤੋਂ ਟੁੱਟੇ, ਔਗਣਾ ਨੇ ਘੇਰ ਲਿਆ। ਜਦ ਤੱਕ ਗੁਰੂ ਦੇ ਨਾਲ ਜੁੜੇ ਸੀ, ਗੁਰੂ ਦੇ ਕੋਲ ਬੈਠੇ ਸਾਂ, ਗੁਰੂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਰੱਖਿਆ ਸੀ, ਜਦੋਂ ਮੂਲ ਦੇ ਨਾਲ ਜੁੜੇ ਹੋਏ ਸੀ ਉਦੋਂ ਤੱਕ ਇਹ ਸਰੀਰ ਸੁਹਾਵਣਾ ਸੀ, ਚੰਗਾ ਸੀ। ਪਰ ਜਦੋਂ ਹੀ ਗੁਰੂ ਤੋਂ ਟੁੱਟੇ, ਔਗਣ ਹਾਵੀ ਹੋ ਗਏ। ਹੁਣ ਵਿਕਾਰਾਂ ਦੀਆਂ ਜੂਆਂ, ਵਿਕਾਰਾਂ ਰੂਪੀ ਗੰਦਗੀ ਦੇ ਨਾਲ ਇਹ ਜਾਮਾ ਜਿਹੜਾ ਹੈ, ਸਰੀਰ ਰੂਪੀ ਜਾਮਾ, ਇਹ ਮੈਲਾ ਹੋ ਗਿਆ, ਇਹ ਬੁਰਾ ਹੋ ਗਿਆ, ਭੈੜਾ ਹੋ ਗਿਆ। ਤਿੰਨ ਵੇ ਮੁਖੈ ਨੂੰ ਪਾਇਆ। ਜਦੋਂ ਇਹਨੂੰ ਮਾਇਆ ਨੇ ਪ੍ਰਭਾਵਿਤ ਕਰ ਲਿਆ, ਜਦੋਂ ਇਹਦੀ ਜ਼ਿੰਦਗੀ ਦੇ ਵਿੱਚ ਔਗਣ ਪ੍ਰਭਾਵਿਤ ਹੋ ਗਏ, ਤਾਂ ਹੁਣ ਇਹ ਆਪਣੀ ਜ਼ਿੰਦਗੀ ਦੇ ਵਿੱਚ ਸੰਗੀ ਵੀ ਉਹੋ ਜਿਹੇ ਹੀ ਲੱਭਦਾ ਜਿਹੜੇ ਇਹਦੇ ਨਾਲ ਦੇ ਨੇ। ਉਹ ਚੰਗੇ ਸੰਗੀਆਂ ਨੂੰ ਨਹੀਂ ਲੱਭਦਾ, ਗੁਰੂ ਕੋਲ ਆ ਕੇ ਬੈਠਣਾ ਪਸੰਦ ਨਹੀਂ ਕਰਦਾ। ਬਾਣੀ ਦੇ ਵਿੱਚ ਕਿਹਾ ਨਾ, ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਉਂਦੇ ਨੇ, ਕਹਿੰਦੇ ਜਿਹੜਾ ਬੰਦਾ ਗੁਰੂ ਤੋਂ ਟੁੱਟਿਆ ਹੈ ਨਾ, ਕੂੜਿਆਰ ਹੈ, ਉਹਦੀ ਗੁਰੂ ਦੇ ਕੋਲ ਆ ਕੇ ਨਿਭਦੀ ਨਹੀਂ, ਉਹ ਗੁਰੂ ਕੋਲ ਬੈਠਣਾ ਹੀ ਪਸੰਦ ਨਹੀਂ ਕਰਦਾ। ਪਰ ਜੇ ਬਾਈ ਚਾਂਸ ਕਿਤੇ ਉਹਨੂੰ ਬੈਠਣਾ ਵੀ ਪੈ ਜਾਏ, ਕਿਤੇ ਐਸਾ ਸਮਾਂ ਬਣ ਜਾਏ ਵੀ ਉਹਨੂੰ ਬੈਠਣਾ ਹੀ ਪੈਣਾ, ਬੈਠ ਵੀ ਜਾਏ, ਤਾਂ ਵੱਲ ਛਲ ਕਰ ਝੱਟ ਕੱਢ ਦੇ। ਉਸ ਆਪਣਾ ਜਿੰਨਾ ਵੀ ਸਮਾਂ ਨਾ ਉਸਲਵੱਟੇ ਲੈਂਦਿਆਂ ਹੀ ਕੱਢ ਦਿੰਦੇ ਨੇ। ਮਜਬੂਰੀ ਹੈ, ਬੈਠਣਾ ਪੈਣਾ, ਜਾ ਨਹੀਂ ਸਕਦੇ। ਉਹ ਇੱਧਰ ਉੱਧਰ ਦੇਖਦਿਆਂ, ਆਸੇ ਪਾਸੇ ਮਾਰਦਿਆਂ ਆਪਣਾ ਟਾਈਮ ਕੱਢ ਦਿੰਦੇ ਨੇ। ਉਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਹੁੰਦਾ ਕੀ ਹੈ, ਜਦੋਂ ਹੀ ਗੁਰੂ ਦੇ ਕੋਲੋਂ ਦੂਰ ਜਾਂਦਾ ਹੈ, ਕਹਿੰਦੇ ਉਹ ਜਾ ਕੇ ਕੁੜਿਆਰਾਂ ਦੇ ਵਿੱਚ ਰਲ ਜਾਂਦਾ ਹੈ, ਆਪਣੀ ਸੰਗਤ ਦੇ ਵਿੱਚ ਜਾ ਕੇ ਰਲ ਜਾਂਦਾ ਹੈ। ਤੁਸੀਂ ਆਮ ਹੀ ਦੇਖਿਆ ਹੋਣਾ, ਜਿਹੜਾ ਬੰਦਾ ਨਸ਼ਾ ਕਰਦਾ ਹੈ ਨਾ, ਉਹ ਬੰਦਾ
ਅੰਮ੍ਰਿਤਧਾਰੀਆਂ ਦੇ ਕੋਲ ਘੱਟ ਹੀ ਬੈਠਦਾ। ਸਹਿਮਤ ਹੋ ਜਾਣਾ ਤੁਸੀਂ ਇਸ ਗੱਲ ਤੇ। ਤੁਸੀਂ ਵਿਆਹ ਸ਼ਾਦੀ ਦੇਖ ਲਓ, ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜੇ ਬੰਦਿਆਂ ਦਾ ਪੀਣ ਖਾਣ ਦਾ ਕੰਮ ਹੁੰਦਾ ਹੈ ਨਾ, ਨਸ਼ਾ ਕਰਨ ਵਾਲੇ ਜਿਹੜੇ ਹੁੰਦੇ ਨੇ, ਤੇ ਉਸੇ ਵਿਆਹ ਦੇ ਵਿੱਚ ਇੱਕ ਅੱਧਾ ਕੋਈ ਅੰਮ੍ਰਿਤਧਾਰੀ ਸਿੱਖ ਪਹੁੰਚ ਜਾਏ, ਉਹਦੇ ਕੋਲ ਬਹੁਤ ਘੱਟ ਬੈਠਦੇ ਨੇ, ਉਹਨੂੰ ਸਤਿ ਸ੍ਰੀ ਅਕਾਲ ਕਰਕੇ ਹੀ ਪਾਸੇ ਹੋ ਜਾਂਦੇ ਨੇ। ਕਿਉਂ? ਕਿਉਂਕਿ ਜੇ ਅੰਮ੍ਰਿਤਧਾਰੀ ਕੋਲ ਬੈਠਣਗੇ ਉਹ ਪੀ ਨਹੀਂ ਸਕਦੇ, ਉਹ ਕਿ ਟੋਕ ਦੇਗਾ ਉਹਨਾਂ ਨੂੰ। ਉਹ ਕਿੱਥੇ ਜਾ ਕੇ ਬੈਠਦੇ ਨੇ? ਜਿੱਥੇ ਉਹਨਾਂ ਵਰਗੇ ਬੰਦੇ ਬੈਠੇ ਹੁੰਦੇ, ਜਿੱਥੇ ਨਸ਼ਈ ਬੈਠੇ ਹੁੰਦੇ, ਉਹਨਾਂ ਕੋਲ ਜਾਏਗਾ। ਸੱਚ ਦੇ ਕੋਲ ਬੈਠਣਗੇ, ਉਹਨਾਂ ਦਾ ਚਿੱਤ ਉਹਨਾਂ ਨੂੰ, ਉਹਨਾਂ ਦੇ ਅੰਦਰ ਜਿਹੜਾ ਬੁਰਿਆਈ ਹੈ ਨਾ, ਉਹਨਾਂ ਨੂੰ ਧਾਹਾਂ ਮਾਰਦੀ, ਤੂੰ ਇੱਥੇ ਕਿਉਂ ਫਸ ਗਿਆ, ਚੱਲ ਇੱਥੋਂ ਅੱਗੇ ਚੱਲੀਏ, ਇੱਥੇ ਨਹੀਂ ਕੁਝ ਵੀ ਮਿਲਣਾ। ਹਾਂ ਵੀ ਤੁਸੀਂ ਦੇਖਿਆ ਹੋਣਾ, ਜਿਹੜੇ ਪੀਣ ਖਾਣ ਵਾਲੇ ਬੰਦੇ ਹੁੰਦੇ ਨੇ ਨਾ, ਜਦੋਂ ਕਿਸੇ ਅੰਮ੍ਰਿਤਧਾਰੀਆਂ ਦੇ ਵਿਆਹ ਦੇ ਵਿੱਚ ਚਲੇ ਜਾਂਦੇ ਨੇ ਨਾ, ਉਹਨਾਂ ਦਾ ਚਿੱਤ ਖੁਸ਼ ਨਹੀਂ ਹੁੰਦਾ। ਕਹਿੰਦਾ ਯਾਰ ਇੱਥੇ ਕਿਹੜਾ ਕੁਝ ਮਿਲਣਾ, ਆਪਣੇ ਮਤਲਬ ਦਾ ਤਾਂ ਵਿਆਹ ਹੀ ਕੋਈ ਨਹੀਂ। ਫਿਰ ਉੱਥੇ ਬਜ਼ੁਰਗ ਬੰਦੇ ਨੂੰ ਭੇਜ ਦਿੰਦੇ ਨੇ, ਜਾਓ ਜੀ ਤੁਸੀਂ ਖਾਣਾ ਪੂਰਤੀ ਕਰ ਆਓ। ਆਪ ਥੋੜ੍ਹੀ ਜਾਂਦੇ ਨੇ, ਆਪ ਉੱਥੇ ਜਾਂਦੇ ਨੇ ਜਿੱਥੇ ਉਹਨਾਂ ਦੀ ਚੀਜ਼ ਉਹਨਾਂ ਨੂੰ ਮਿਲਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਹੜੇ ਕੂੜਿਆਰ ਨੇ, ਜਦੋਂ ਹੀ ਗੁਰੂ ਕੋਲੋਂ ਛੁੱਟੀ ਹੋਈ, ਜਦੋਂ ਹੀ ਗੁਰੂ ਕੋਲੋਂ ਬਾਹਰ ਨਿਕਲੇ, ਨਾਲ ਦੀ ਨਾਲ ਕਿੱਥੇ ਪਹੁੰਚੇ? ਜਿੱਥੇ ਉਹਨਾਂ ਦੇ ਵਰਗੇ ਬੰਦੇ ਬੈਠੇ ਹੋਏ ਨੇ। ਜੇ ਇੱਥੇ ਬੈਠੇ ਸੀ ਨਾ, ਇੱਥੇ ਉਹਨਾਂ ਦਾ ਚਿੱਤ ਨਹੀਂ ਜੁੜਿਆ। ਕਿਉਂ? ਕਿਉਂਕਿ ਇੱਥੇ ਸੱਚ ਵਰਤਦਾ ਹੈ, ਇੱਥੇ ਸੱਚ ਸੁਣਦਾ ਹੈ, ਇੱਥੇ ਸੱਚ ਬੋਲਿਆ ਜਾਂਦਾ ਹੈ। ਤੇ ਜਿਹੜੇ ਬੰਦੇ ਨੂੰ ਸੱਚ ਚੁਭਦਾ ਹੈ, ਉਹ ਕਦੇ ਵੀ ਸੱਚ ਸੁਣਨਾ ਪਸੰਦ ਨਹੀਂ ਕਰੇਗਾ। ਉਹ ਫਿਰ ਇੱਥੋਂ ਜਲਦੀ ਜਲਦੀ ਜਾਣ ਦੀ ਸੋਚੇਗਾ ਵੀ ਚੱਲੀਏ, ਕਿਵੇਂ ਨਾ ਕਿਵੇਂ ਇੱਥੋਂ ਨਿਕਲੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਵੇ ਮੁਖੈ ਨੂੰ ਪਾਇਆ। ਅੱਗੇ ਪਾਤਸ਼ਾਹ ਕਹਿੰਦੇ ਨੇ, ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ। ਉਹਨਾਂ ਨੂੰ ਕੋਈ ਆਪਣੇ ਕੋਲੇ ਨਹੀਂ ਬੈਠਣ ਦਿੰਦਾ। ਕਿਉਂ? ਗੂੰ ਪੜ ਸਗਵੀਂ ਮਲ ਲਾਏ, ਮਨਮੁਖ ਆਇਆ। ਉਹ ਗੰਦਗੀ ਦੇ ਨਾਲ ਭਰਿਆ ਹੋਇਆ। ਸਤ ਸੰਗਤ ਜੀ, ਇਹ ਸੌਖੀ ਉਦਾਹਰਣ ਗੁਰੂ ਪਾਤਸ਼ਾਹ ਜੀ ਨੇ ਬਖਸ਼ੀ ਹੈ। ਅਸੀਂ ਸਾਰੇ ਸਾਫ ਸੁਥਰੇ ਨਹਾ ਧੋ ਕੇ ਸੋਹਣੇ ਕੱਪੜੇ ਪਹਿਨ ਕੇ ਬੈਠੇ ਹੋਏ ਹਾਂ। ਦਰਬਾਰ ਦੀ ਕਿੰਨੀ ਸੁੰਦਰਤਾ ਹੈ, ਸਫਾਈ ਹੈ। ਇੱਥੇ ਕੋਈ ਬੰਦਾ ਬਾਹਰੋਂ ਲਿਬੜਿਆ ਹੋਇਆ ਚਿੱਕੜ ਦੇ ਵਿੱਚ ਆ ਕੇ ਬੈਠ ਜਾਏ, ਤੁਸੀਂ ਆਪਣੇ ਕੋਲ ਬੈਠਣ ਦਿਓਗੇ? ਆਪਣੇ ਨਾਲ ਬੈਠਣ ਦਿਓਗੇ? ਉਹਨੂੰ ਕਹੋਗੇ ਨਹੀਂ ਤੂੰ ਪਾਸੇ ਹੋ। ਕਿਉਂ? ਉਹਦੇ ਕੱਪੜੇ ਗੰਦੇ, ਉਹਦੇ ਵਿੱਚੋਂ ਮੁਸ਼ਕ ਆ ਰਿਹਾ ਹੈ। ਉਹਨੂੰ ਕਹੋਗੇ ਨਹੀਂ ਤੂੰ, ਪਹਿਲੀ ਗੱਲ ਤਾਂ ਉਹਨੂੰ ਅੰਦਰ ਹੀ ਨਹੀਂ ਆਉਣ ਦਿੱਤਾ ਜਾਏਗਾ। ਜੇ ਆ ਵੀ ਗਿਆ ਤਾਂ ਕੋਈ ਉਹਨੂੰ ਆਪਣੇ ਨਾਲ ਨਹੀਂ ਬਿਠਾਏਗਾ। ਉਹ ਤੋਂ ਕੰਨੀ ਕਤਰਾਉਣਗੇ, ਪਾਸੇ ਹੋ ਕੇ ਬੈਠਣਗੇ ਵੀ ਸਾਡੇ ਕੋਲ ਆ ਕੇ ਨਾ ਕਿਤੇ ਬੈਠ ਜਾਏ। ਪਾਤਸ਼ਾਹ ਜੀ ਕਹਿੰਦੇ ਨੇ, ਪਾਸ ਨਾ ਦੇਈ ਕੋਈ ਬਹਿਣ। ਕੋਈ ਉਹਨੂੰ ਨੇੜੇ ਨਹੀਂ ਬੈਠਣ ਦਿੰਦਾ। ਜਗਤ ਮੈਂ ਹੁੰਦਾ ਕੀ, ਇਹ ਕਿਉਂ ਨਹੀਂ ਬਹਿਣ ਦਿੰਦੇ? ਕਹਿੰਦੇ ਗੂੰ ਪੜ, ਉਹ ਗੰਦਗੀ ਦੇ ਵਿੱਚੋਂ ਆਇਆ। ਸਗਵੀਂ ਮਲ ਲਾਏ ਮਨਮੁਖ ਆਇਆ। ਮਨਮੁਖਾਂ ਦੇ ਕੋਲੋਂ ਮਨਮੁਖ ਦੂਣੀ ਮੈਲ ਲਾ ਕੇ ਉਹ ਆਇਆ। ਇਸ ਕਰਕੇ ਸੱਚ ਦੇ ਕੋਲ, ਚੰਗਿਆਂ ਦੇ ਕੋਲ, ਸਫਾਈ ਵਾਲਿਆਂ ਦੇ ਕੋਲ ਉਹਨੂੰ ਬੈਠਣ ਨੂੰ ਜਗ੍ਹਾ ਨਹੀਂ ਜੇ ਮਿਲਦੀ। ਅੱਗੇ ਪਾਤਸ਼ਾਹ ਕਹਿੰਦੇ ਨੇ, ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ। ਕੋਈ ਕਿਸੇ ਦੀ ਚੜ੍ਹਤ ਨੂੰ, ਕੋਈ ਕਿਸੇ ਦੀ ਇੱਜ਼ਤ ਨੂੰ ਨਾ ਝੱਲ ਸਕੇ। ਇਤਿਹਾਸ ਦੇ ਵਿੱਚ ਬੜੇ ਸਾਨੂੰ ਐਸੀਆਂ ਘਟਨਾਵਾਂ ਮਿਲ ਜਾਂਦੀਆਂ ਨੇ। ਗੁਰੂ ਦੇ ਕੋਲ ਜਿਹੜੇ ਤੰਗ ਸੀ, ਗੁਰੂ ਦੇ ਕੋਲੋਂ ਜਿਹੜੇ ਪਰੇਸ਼ਾਨ ਸੀ, ਜਿਨ੍ਹਾਂ ਦੀਆਂ ਹੱਟੀਆਂ ਗੁਰੂ ਦੇ ਸੱਚ ਕਰਕੇ ਬੰਦ ਹੋ ਗਈਆਂ, ਉਹਨਾਂ ਨੇ ਆਪਣੇ ਪੈਰੋਕਾਰਾਂ ਨੂੰ ਭੇਜਿਆ ਗੁਰੂ ਦੇ ਕੋਲ। ਕਿਸ ਲਈ? ਜਾਓ, ਜਾ ਕੇ ਗੁਰੂ ਦੀ, ਉਹਦੇ ਸਿੱਖਾਂ ਵਿੱਚ ਬਦਨਾਮੀ ਕਰੋ, ਬੇਇੱਜ਼ਤੀ ਕਰੋ, ਤੇ ਮੇਰੀ ਵਡਿਆਈ ਕਰੋ, ਮੇਰੀ ਬੜੌਤ ਕਰੋ, ਤਾਂ ਜੋ ਉਹਦਾ ਦਰਬਾਰ ਖਤਮ ਹੋਵੇ ਤੇ ਮੇਰੇ ਦਰਬਾਰ ਦੇ ਵਿੱਚ ਲੋਕ ਆ ਕੇ ਬੈਠਣ। ਜਦ ਸਖੀ ਸਰਵਰੀਆਂ ਦੀ ਸੰਗਤ ਜਿਹੜੀ ਹੈ, ਉਹਨਾਂ ਨੇ ਸਖੀ ਸਰਵਰੀਆਂ ਨੂੰ ਛੱਡ ਕੇ ਗੁਰੂ ਕੋਲ ਆ ਕੇ ਬੈਠਣਾ ਸ਼ੁਰੂ ਹੋ ਗਏ, ਤਾਂ ਸਖੀ ਸਰਵਰੀਆਂ ਨੂੰ ਇਹ ਗੱਲ ਚੰਗੀ ਥੋੜੀ ਨਾ ਲੱਗੀ ਹੋਏਗੀ। ਮੰਨ ਕੇ ਚੱਲੋ, ਦੋ ਦੁਕਾਨਾਂ ਨੇ,
ਇੱਕ ਦੁਕਾਨ ਦੇ ਵਿੱਚ ਮਿਲਾਵਟ ਵਾਲਾ ਸਮਾਨ ਮਿਲਦਾ ਹੈ, ਇੱਕ ਦੁਕਾਨ ਦੇ ਵਿੱਚ ਖਰਾ ਸਮਾਨ ਮਿਲਦਾ ਜਿਹੜਾ ਬਿਲਕੁਲ ਖਰਾ ਹੈ, ਚੰਗਾ। ਮਿਲਾਵਟ ਵਾਲੀ ਦੁਕਾਨ ਪਹਿਲਾਂ ਬਹੁਤ ਚੱਲਦੀ ਹੈ, ਬੜੀ ਚੱਲਦੀ ਹੈ, ਪਰ ਜਦੋਂ ਹੀ ਖਰੇ ਸੌਦੇ ਵਾਲੀ ਦੁਕਾਨ ਚੱਲ ਪੈਂਦੀ ਹੈ, ਖੁੱਲ੍ਹ ਜਾਂਦੀ ਹੈ, ਤਾਂ ਜਦੋਂ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਦਾ ਵੀ ਨਹੀਂ ਇਹਦੇ ਸਮਾਨ ਦੇ ਵਿੱਚ ਤਾਂ ਮਿਲਾਵਟ ਹੈ, ਆਪਾਂ ਖਰਾ ਸਮਾਨ ਕਿਉਂ ਨਾ ਲੈ ਕੇ ਆਈਏ, ਨਾਲੇ ਸਸਤਾ, ਉਹ ਫਿਰ ਹੌਲੀ ਹੌਲੀ ਉਸ ਬੇਈਮਾਨ ਦੀ ਦੁਕਾਨ ਤੋਂ ਛੁੱਟ ਕੇ ਉਸ ਚੰਗੀ ਦੁਕਾਨ 'ਤੇ ਆ ਕੇ ਜੁੜ ਜਾਂਦੇ ਨੇ ਵੀ ਸਾਨੂੰ ਸੌਦਾ ਚਾਹੀਦਾ ਹੈ, ਖਰਾ ਚਾਹੀਦਾ ਹੈ। ਤਾਂ ਜਦੋਂ ਉਸ ਬੇਈਮਾਨ ਦੀ ਗਾਹਕ, ਬੇਈਮਾਨ ਦੀ ਦੁਕਾਨ ਦੀ ਦੁਕਾਨਦਾਰੀ ਘਟੇਗੀ ਤਾਂ ਉਹ ਕਿਵੇਂ ਨਾ ਕਿਵੇਂ ਹੱਥ ਬੰਨਾ ਮਾਰਦਾ ਹੈ ਉਸ ਚੰਗੀ ਦੁਕਾਨ ਵਾਲੇ ਦੀ, ਉਸ ਜਿਸ ਦੁਕਾਨ ਤੋਂ ਖਰਾ ਸੌਦਾ ਮਿਲਦਾ ਉਹਦੀ ਬੇਇੱਜ਼ਤੀ ਕਰੇਗਾ, ਉਹਦੇ ਪ੍ਰਤੀ ਲੋਕਾਂ ਨੂੰ ਭੜਕਾਏਗਾ, ਨਹੀਂ ਉਹ ਝੂਠ ਬੋਲਦਾ, ਤੁਹਾਨੂੰ ਉਹਦਾ ਸੌਦਾ ਬਿਲਕੁਲ ਬੇਕਾਰ ਆ, ਮੇਰਾ ਸੌਦਾ ਖਰਾ ਹੈ। ਹੋਰਾਂ ਨੂੰ ਵੀ ਭੇਜਦਾ, ਆਪਣੇ ਚੇਲਿਆਂ ਨੂੰ ਵੀ ਭੇਜਦਾ, ਜਾਓ ਉਹਦੇ ਗਾਹਕਾਂ ਦੇ ਵਿੱਚ ਜਾ ਕੇ ਮਿਲ ਜਾਓ, ਸਮਾਨ ਤੁਸੀਂ ਮੇਰਾ ਲੈ ਜਾਓ, ਉਹਦੇ ਗਾਹਕਾਂ ਦੇ ਵਿੱਚ ਜਾ ਕੇ ਮਿਲ ਜਾਓ, ਉਹਦੇ ਤੋਂ ਖਰੀਦਣ ਦਾ ਬਹਾਨਾ ਕਰਕੇ ਲੋਕਾਂ ਵਿੱਚ ਰੌਲਾ ਪਾ ਦਿਓ ਕਿ ਦੇਖੋ ਜੀ ਇਹਦਾ ਹੀ ਸਮਾਨ ਬੇਕਾਰ ਹੈ, ਫਲਾਣੀ ਦੁਕਾਨ ਦਾ ਸਮਾਨ ਚੰਗਾ ਹੈ। ਤੇ ਗੁਰੂ ਨੇ ਵੀ ਤਾਂ ਹੱਟ ਖੋਲ੍ਹਿਆ ਨਾ, ਗੁਰੂ ਨੇ ਹੱਟ ਹੀ ਖੋਲ੍ਹਿਆ, ਗੁਣਾਂ ਦਾ ਹੱਟ। ਇੱਥੇ ਗੁਣ ਮਿਲਦੇ ਨੇ, ਇੱਥੇ ਚੰਗਿਆਈਆਂ ਮਿਲਦੀਆਂ ਨੇ। ਸਖੀ ਸਰਵਰੀਆਂ ਦੀ ਜਦੋਂ ਸੰਗਤ ਘਟਣੀ ਸ਼ੁਰੂ ਹੋਈ, ਗੁਰੂ ਦੇ ਦਰਬਾਰ ਭਰਨੇ ਸ਼ੁਰੂ ਹੋ ਗਏ, ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗਿਆ। ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹੀਦੀ ਦੇ ਵਿੱਚ ਸਖੀ ਸਰਵਰੀਆਂ ਦਾ ਵੀ ਹੱਥ ਸੀ। ਉਹਨਾਂ ਨੇ ਜਹਾਂਗੀਰ ਨੂੰ ਜਾ ਕੇ ਸ਼ਿਕਾਇਤਾਂ ਲਾਈਆਂ ਗੁਰੂ ਅਰਜਨ ਸਾਹਿਬ ਜੀ ਦੇ ਵਿਰੋਧ ਵਿੱਚ। ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ, ਉਹ ਮਿਲਾਵਟ ਦੇ ਸਮਾਨ ਵਾਲੀ ਦੁਕਾਨ ਦੇ ਮਾਲਕ ਨੇ ਜਿਹੜਾ ਆਪਣਾ ਚੇਲਾ ਭੇਜਿਆ ਵੀ ਜਾ ਕੇ ਤੂੰ ਉਹਨਾਂ ਦੀ ਬਦਨਾਮੀ ਕਰ, ਜਦੋਂ ਉਹਦਾ ਪਾਜ ਖੁੱਲ੍ਹ ਜਾਂਦਾ ਹੈ, ਇਹ ਤਾਂ ਨਿਆਂ ਹੈ ਨਾ ਸੱਚ ਦਾ, ਅਕਾਲ ਪੁਰਖ ਦਾ ਨਿਆਂ ਹੈ, ਰੱਬ ਦਾ ਨਿਆਂ ਹੈ, ਉਹਨੇ ਸੱਚ ਨੂੰ ਸੁਰਖਰੂ ਕਰਨਾ ਹੈ ਤੇ ਝੂਠ ਨੂੰ ਮਾਰਨਾ ਹੈ, ਇਹ ਉਹਦਾ ਨਿਆਂ ਹੈ। ਜਿਸ ਦਿਨ ਉਸ ਬੇਈਮਾਨ ਦੇ ਭੇਜੇ ਹੋਏ ਬੰਦੇ ਦਾ ਪਾਜ ਉਗੜਿਆ, ਉਸ ਦਿਨ ਸਨੇ ਨਫਰੈ, ਕਹਿੰਦੇ ਉੱਥੇ ਭੀਮੋ ਕਾਲਾ ਦੋਹਾਂ ਵੇਮੁਖਾਂ ਦਾ ਕਰਾਇਆ। ਚੇਲੇ ਨੂੰ ਤਾਂ ਪੈਣੀਆਂ ਹੀ ਪੈਣੀਆਂ ਸੀ, ਚੇਲੇ ਦੀ ਤਾਂ ਬੇਇੱਜ਼ਤੀ ਹੋਣੀ ਸੀ। ਜਦੋਂ ਉਹਨੇ ਨਾਮ ਲੈ ਦਿੱਤਾ ਤੇ ਉਹਦੇ ਮਾਲਿਕ ਦੀ ਵੀ ਨਾਲ ਹੀ ਹੋਈ, ਦੋਵਾਂ ਦਾ ਹੀ ਮੂੰਹ ਕਾਲਾ ਹੋ ਗਿਆ। ਇੱਦਾਂ ਹੋ ਗਿਆ। ਸੱਚਾਈ ਨੂੰ ਖਤਮ ਕਰਨ ਵਾਲੇ ਆਪ ਹੀ ਬੇਇੱਜ਼ਤ ਹੋ ਗਏ। ਬੇਇੱਜ਼ਤ ਜਦੋਂ ਹੋ ਗਿਆ, ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਇਹ ਭਾਈ, ਇਹ ਜਿਹੜਾ ਬੰਦਾ ਪਰਾਈ ਨਿੰਦਾ ਕਰਕੇ ਆਪਣੀ ਇੱਜ਼ਤ ਵਧਾਉਣੀ ਚਾਹੁੰਦਾ ਸੀ, ਉਹਦਾ ਪਾਜ ਜਦੋਂ ਖੁੱਲ੍ਹਿਆ, ਲੋਕਾਂ ਦੇ ਵਿੱਚ ਉਹਦੀ ਨਫ਼ਰਤ ਦਾ ਪਤਾ ਚੱਲਿਆ, ਤਾਂ ਉਹਦੇ ਸਮੇਤ ਉਹਦੇ ਮਾਲਕ ਦੀ ਵੀ ਬੇਇੱਜ਼ਤੀ ਹੋਈ। ਤਾਂ ਹੋਇਆ ਕਿ ਇਹ ਗੱਲ ਇੰਨੀ ਜਲਦੀ ਅੱਗ ਵਾਂਗ ਦੁਨੀਆ ਦੇ ਵਿੱਚ ਫੈਲ ਗਈ, ਸੰਸਾਰ ਵਿੱਚ ਫੈਲ ਗਈ। ਫਰੀਦ ਸਾਹਿਬ ਜੀ ਨੇ ਕਿਹਾ ਨਾ, ਕਹਿੰਦੇ ਇੱਜ਼ਤ ਬਣਾਉਣ ਵਾਸਤੇ ਟਾਈਮ ਲੱਗਦਾ ਹੈ। ਧਿਆਨ ਦੇਣਾ ਸਤ ਸੰਗਤ, ਇੱਜ਼ਤ ਬਣਾਉਣ ਵਾਸਤੇ ਸਮਾਂ ਲੱਗਦਾ ਹੈ। ਇੱਜ਼ਤ ਨੂੰ ਖਤਮ ਕਰਨਾ ਹੋਵੇ ਨਾ, ਝੱਟ ਨਹੀਂ ਲੱਗਦਾ। ਅੱਖ ਝਮਕਣ ਦਾ ਸਮਾਂ ਵੀ ਬਹੁਤ ਦੂਰ ਦਾ ਹੈ ਜੇ ਇੱਜ਼ਤ ਨੂੰ ਖਤਮ ਕਰਨਾ ਹੋਵੇ ਤਾਂ ਆਪਣੇ। ਫਰੀਦ ਸਾਹਿਬ ਕਹਿੰਦੇ ਨੇ ਨਾ, ਗੜੰਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ। ਇੱਕ ਛਿਨ ਲੱਗਦਾ ਹੈ ਆਪਣੀ ਇੱਜ਼ਤ ਨੂੰ ਖਤਮ ਕਰਨ ਵਾਸਤੇ, ਤੇ ਇੱਜ਼ਤ ਬਣਾਉਣੀ ਹੋਵੇ, ਹੋ ਸਕਦਾ ਸਦੀਆਂ ਲੱਗ ਜਾਂਦਾ, ਜ਼ਮਾਨਾ ਲੱਗ ਜਾਂਦਾ। ਕਈ ਵਾਰ ਬੰਦੇ ਆਪਣੇ ਬਜ਼ੁਰਗਾਂ ਦੀ ਕਮਾਈ ਹੋਈ ਇੱਜ਼ਤ ਦਾ ਹੀ ਖੱਟਿਆ ਖਾਂਦੇ ਨੇ, ਉਹਨਾਂ ਤੋਂ ਕਿੱਥੇ ਪੈਦਾ ਹੁੰਦੀ ਹੈ ਇੱਜ਼ਤ। ਸਤਿਗੁਰੂ ਪਾਤਸ਼ਾਹ ਕਹਿੰਦੇ, ਜਦੋਂ ਉਸ ਨਿੰਦਿਆ ਕਰਨ ਵਾਲੇ ਦਾ ਪਾਜ ਖੁੱਲਿਆ, ਉਹਦਾ ਤੇ ਉਹਦੇ ਗੁਰੂ ਦਾ, ਇਹ ਗੱਲ ਦੁਨੀਆ ਦੇ ਵਿੱਚ ਅੱਗ ਵਾਂਗ ਫੈਲੀ। ਤਾਂ ਹੋਇਆ ਕਿ ਤੜ ਸੁਣਿਆ ਜਗਤ ਸਬਤ ਜਗਤ ਵਿੱਚ ਭਾਈ, ਇਹ ਗੱਲ ਸਾਰੇ ਜਗਤ ਵਿੱਚ ਪਤਾ ਲੱਗ ਗਈ।
ਹੋਇਆ ਕਿ ਵੇਮੁਖ ਸਣੇ ਨਫਰੈ, ਪੌਲੀ ਪਾਉਂਦੀ ਫਾਵਾ ਹੋਏ ਕੈ ਉੱਠ ਘਰ ਆਇਆ। ਜਦੋਂ ਇਸ ਗੱਲ ਦਾ ਪਤਾ ਚੱਲ ਗਿਆ ਲੋਕਾਂ ਨੂੰ, ਤਾਂ ਉੱਥੋਂ ਬੇਇੱਜ਼ਤੀ ਕਰਾ ਕੇ ਚਾਕਰ ਤੇ ਮਾਲਕ ਦੋਵੇਂ ਹੀ, ਨੌਕਰ ਤੇ ਉਹਨੂੰ ਭੇਜਣ ਵਾਲਾ ਦੋਵੇਂ ਹੀ ਬੇਇੱਜ਼ਤੀ ਕਰਵਾ ਕੇ ਮੂੰਹ ਲਮਕਾ ਕੇ ਘਰ ਵਿੱਚ ਵਾਪਸ ਆ ਗਏ। ਇੱਥੇ ਹੀ ਬਸ ਨਹੀਂ, ਇੱਥੇ ਹੀ ਗੱਲ ਨਹੀਂ ਖਤਮ ਹੋਈ। ਪਾਤਸ਼ਾਹ ਕਹਿੰਦੇ ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੈ। ਹੁਣ ਉਹ ਆਪਣੇ ਸਾਕ ਸੰਬੰਧੀਆਂ ਵਿੱਚ ਜਾਂਦਾ ਹੈ, ਕਿਸੇ ਰਿਸ਼ਤੇਦਾਰਾਂ ਵਿੱਚ ਜਾਂਦਾ ਹੈ। ਉੱਥੇ ਜਾ ਕੇ ਜਦੋਂ ਬੈਠਣ ਲੱਗਦਾ ਹੈ ਤਾਂ ਰਿਸ਼ਤੇਦਾਰ ਵੀ ਉਹਨੂੰ ਕਹਿੰਦੇ ਭਾਈ ਤੂੰ ਜਾ, ਕੋਈ ਦੇਖ ਨਾ ਲਵੇ। ਜੇ ਕਿਸੇ ਨੇ ਦੇਖ ਲਿਆ ਤਾਂ ਸਾਨੂੰ ਵੀ ਲੋਕਾਂ ਨੇ ਚੋਰ ਹੀ ਸਮਝਣਾ, ਸਾਨੂੰ ਵੀ ਲੋਕਾਂ ਨੇ ਬੁਰੇ ਹੀ ਸਮਝਣਾ। ਉੱਥੇ ਉਹਨੂੰ ਇੱਜ਼ਤ ਨਹੀਂ ਮਿਲਦੀ। ਉਹ ਜਿੱਥੇ ਵੀ ਜਾਂਦਾ ਆਪਣੀ ਤਾਂ ਉਹਦੀ ਬੇਇੱਜ਼ਤੀ ਹੁੰਦੀ ਹੈ, ਉਹ ਆਪਣੇ ਪਰਿਵਾਰ ਦੀ ਵੀ ਬੇਇੱਜ਼ਤੀ ਕਰਾਉਂਦਾ ਹੈ। ਅਤੇ ਜਦੋਂ ਪਰਿਵਾਰ ਦੀ ਬੇਇੱਜ਼ਤੀ ਹੁੰਦੀ ਹੈ ਤਾਂ ਫਿਰ ਪਰਿਵਾਰ ਕੀ ਕਰਦਾ ਹੈ? ਕਹਿੰਦੇ ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੈ। ਅੱਗੇ ਕੀ ਕਰਦਾ ਹੈ? ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ। ਤਾਂ ਉਹਦੀ ਵਹੁਟੀ ਨੇ, ਉਹਦੀ ਪਤਨੀ ਨੇ, ਉਹਦੀਆਂ ਭਤੀਜੀਆਂ ਨੇ ਉਹਨੂੰ ਫੜ ਕੇ ਫਿਰ ਲਿਆਂਦਾ ਅਤੇ ਘਰ ਵਿੱਚ ਬਿਠਾ ਦਿੱਤਾ। ਕਹਿ ਦਿੱਤਾ, ਹੱਥ ਜੋੜੇ ਉਹਦੇ ਅੱਗੇ ਵੀ ਤੂੰ ਘਰੋਂ ਬਾਹਰ ਨਾ ਨਿਕਲਿਆ ਕਰ, ਤੇਰੀ ਤਾਂ ਬੇਇੱਜ਼ਤੀ ਹੈ ਹੀ, ਤੂੰ ਸਾਡੀ ਵੀ ਬੇਇੱਜ਼ਤੀ ਕਰਾਉਣਾ। ਜਿੱਥੇ ਜਾਣਾ ਇਹ ਲੋਕ ਇਹੀ ਕਹਿੰਦੇ ਨੇ ਫਲਾਣੇ ਦਾ ਹੈ ਨਾ, ਇਹ ਫਲਾਣੇ ਘਰੋਂ ਆਇਆ ਹੈ ਨਾ, ਸਾਡੀ ਵੀ ਬੇਇੱਜ਼ਤੀ ਕਰਾਉਂਦਾ। ਤੁਸੀਂ ਦੇਖੋ ਨਾ, ਜਦੋਂ ਕੋਈ ਬੰਦਾ ਚੋਰੀ ਕਰਦਾ ਹੈ, ਫੜਿਆ ਜਾਏ, ਚੋਰੀ ਕਰਦਾ ਫੜਿਆ ਜਾਏ, ਜੇਲ੍ਹ ਵਿੱਚ ਚਲਾ ਜਾਏ, ਅਖਬਾਰਾਂ ਵਿੱਚ ਨਿਊਜ਼ ਆ ਜਾਏ, ਟੀਵੀ ਵਿੱਚ ਚੱਲ ਜਾਏ, ਤਾਂ ਜਦੋਂ ਉਹਦੇ ਪਿੰਡ ਵਿੱਚ ਜਾ ਕੇ ਕੋਈ ਉਹਦੇ ਬਾਰੇ ਪੁੱਛਦਾ ਹੈ ਤਾਂ ਜਿਹੜਾ ਨਾਲ ਦਾ ਘਰ ਵਾਲਾ ਵੀ ਹੋਏਗਾ ਨਾ, ਗਵਾਂਢੀ ਵੀ ਹੋਏਗਾ ਨਾ, ਗਵਾਂਢੀ ਵੀ ਪਤਾ ਕੀ ਕਹੇਗਾ? ਮੈਂ ਨਹੀਂ ਜਾਣਦਾ ਜੀ ਉਹਨੂੰ, ਮੈਨੂੰ ਨਹੀਂ ਪਤਾ ਕੌਣ ਹੈ। ਕਿਉਂ? ਕਿਉਂਕਿ ਉਹ ਬੁਰਾ ਹੈ, ਉਹਦੀ ਬੁਰਿਆਈ ਦੁਨੀਆ ਦੇ ਵਿੱਚ ਅੱਗੇ ਆ ਗਈ ਹੈ। ਜੇ ਲੋਕਾਂ ਨੂੰ ਪਤਾ ਲੱਗੇਗਾ ਵੀ ਇਹ ਮੇਰਾ ਗਵਾਂਢੀ ਹੈ ਤਾਂ ਲੋਕ ਮੈਨੂੰ ਵੀ ਬੁਰਾ ਸਮਝਣਗੇ। ਇਦੋਂ ਉਲਟ ਆ ਜਾਓ, ਹੁਣ ਜਿਹੜਾ ਕੋਈ ਬੰਦਾ ਚੰਗਾ ਕੰਮ ਕਰਦਾ ਹੈ, ਸਲਾਉਣ ਵਾਲਾ ਕੰਮ ਕਰਦਾ, ਟੀਵੀ ਵਿੱਚ ਆ ਜਾਏ, ਉਹਦੇ ਬਾਰੇ ਤੁਸੀਂ ਪਿੰਡ ਵਿੱਚ ਜਾ ਕੇ ਜਦੋਂ ਪਤਾ ਕਰੋਗੇ, ਜਿਹੜਾ ਬੰਦਾ ਉਹਨੂੰ ਕਦੇ ਮਿਲਿਆ ਵੀ ਨਹੀਂ ਨਾ ਹੁੰਦਾ, ਉਹ ਵੀ ਕਹੇਗਾ ਆਪਣਾ ਹੀ ਬੱਚਾ ਹੈ ਜੀ, ਆਪਣਾ ਭਰਾ ਹੈ, ਆਪਣੇ ਨਾਲ ਬਹਿੰਦਾ ਰਿਹਾ। ਕਿਉਂ? ਕਿਉਂਕਿ ਉਹਨੇ ਚੰਗਿਆਈ ਖੱਟੀ, ਉਹਨੇ ਇੱਜ਼ਤ ਖੱਟੀ। ਅਤੇ ਜਿਹਨੇ ਬੇਇੱਜ਼ਤੀ ਕਰਵਾਈ, ਆਪਣੀ ਬੇਪੱਤੀ ਕਰਵਾਈ ਦੁਨੀਆ ਦੇ ਵਿੱਚ, ਉਹਦੇ ਨਾਲ ਦੇ ਕਈ ਵਾਰ ਉਹਦੇ ਸਾਕ ਸੰਬੰਧੀ ਵੀ ਇਹ ਕਹਿ ਦਿੰਦੇ ਨਹੀਂ ਜੀ ਅਸੀਂ ਨਹੀਂ ਜਾਣਦੇ, ਸਾਨੂੰ ਨਹੀਂ ਪਤਾ ਕੌਣ ਹੈ। ਕਿਉਂ? ਕਿਉਂਕਿ ਉਹਨਾਂ ਦੀ ਵੀ ਬੇਇੱਜ਼ਤੀ ਹੁੰਦੀ। ਪਾਤਸ਼ਾਹ ਕਹਿੰਦੇ ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ, ਉਹਨੂੰ ਘਰੇ ਹੀ ਬਿਠਾ ਦਿੱਤਾ ਵੀ ਤੂੰ ਘਰੇ ਹੀ ਬੈਠਾ ਰਹਿ, ਬਾਹਰ ਨਾ ਨਿਕਲ। ਹਲਤ ਪਲਤ ਦੋਵੇਂ ਗਏ। ਲਓ ਜੀ, ਬਾਹਰੋਂ ਤਾਂ ਇੱਜ਼ਤ ਜਾਣੀ ਸੀ, ਹੁਣ ਘਰ ਦੇ ਵੀ ਕੋਈ ਇੱਜ਼ਤ ਨਹੀਂ ਜੇ ਕਰਦੇ। ਹੁਣ ਘਰ ਦਾ ਵੀ ਕੋਈ ਨਹੀਂ ਚੰਗੇ ਮੂੰਹ ਬੁਲਾਉਂਦਾ ਉਹਨੂੰ। ਲੋਕਾਂ ਨੇ ਤਾਂ ਬੁਲਾਉਣਾ ਹੀ ਕੀ ਹੈ, ਕਿਉਂਕਿ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗ ਗਿਆ। ਪਰ ਹੁਣ ਘਰ ਦੇ ਵੀ ਉਹਨੂੰ ਚੰਗੇ ਮੱਥੇ ਨਹੀਂ ਜੇ ਲਾਉਂਦੇ, ਉਹਨੂੰ ਚੰਗੇ ਤਰੀਕੇ ਨਾਲ ਬੁਲਾਉਂਦੇ ਨਹੀਂ। ਕਹਿੰਦੇ ਭੁੱਖਾ ਕੂਕੇ ਧਿਆਇਆ। ਉਹਨੂੰ ਅਗਰ ਕੋਈ ਕਹਿ ਦਿੰਦਾ ਨਾ, ਉਹਨੂੰ ਵੀ ਪਾਣੀ ਪੁੱਛ ਲਓ, ਤੇ ਨਾਲ ਹੀ ਵਹੁਟੀ ਖੜੀ ਹੈ ਉਹਦੀ, ਨਾਲ ਹੀ ਉਹਦੀ ਭਤੀਜੀ ਖੜੀ ਹੈ, ਨਾਲ ਹੀ ਮਾਂ ਖੜੀ ਹੈ, ਭੈਣ ਖੜੀ ਹੈ, ਉਹ ਕਹਿੰਦੇ ਕੋਈ ਗੱਲ ਨਹੀਂ, ਕਿਤੇ ਮਰ ਥੋੜੀ ਚੱਲਿਆ, ਬਾਅਦ ਚ ਪੀ ਲੂਗਾ ਆਪੇ। ਭੁੱਖਾ ਕੂਕੇ ਧਿਆਇਆ, ਉਹਦੀ ਪੁੱਛ ਗਿੱਛ ਘਰੋਂ ਵੀ ਚਲੀ ਜਾਂਦੀ। ਹਲਤ ਪਲਤ ਬਾਹਰੋਂ ਵੀ ਤੇ ਘਰੋਂ ਵੀ ਇੱਜ਼ਤ ਗਈ, ਦੋਵੇਂ ਗਵਾਚ ਗਏ। ਫਿਰ ਅੱਗੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਧੰਨ ਧੰਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਧੰਨ ਹੈ ਸੱਚਾ ਸਿਰਜਣਹਾਰ ਅਕਾਲ ਪੁਰਖ, ਧੰਨ ਹੈ ਉਹ ਪਰਮਾਤਮਾ ਜਿਸ ਨੇ ਇਹ ਨਿਆਂ ਆਪ ਕੀਤਾ ਹੈ, ਸੱਚ ਦਾ ਨਿਆਂ ਕੀਤਾ ਹੈ ਕਿ ਬੁਰੇ ਦਾ ਪਾਜ ਖੋਲ੍ਹਿਆ ਹੈ ਤੇ ਸੱਚ ਨੂੰ ਉਗਾਰਿਆ ਹੈ, ਸੱਚ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਹੈ, ਬੁਰੇ ਨੂੰ ਨੀਵਾਂ ਕੀਤਾ ਹੈ। ਅਸੀਂ ਪੜ੍ਹਦੇ ਹਾਂ ਨਾ ਬਾਣੀ ਦੇ ਵਿੱਚ ਕਿ ਜਦੋਂ ਸੱਚ ਤੇ ਝੂਠ ਦਾ ਨਿਰਣਾ ਹੋਣਾ ਹੁੰਦਾ ਹੈ ਨਾ, ਤਾਂ ਸੱਚ ਆਟੋਮੈਟਿਕਲੀ ਰੱਬ ਸੱਚ ਨੂੰ ਉੱਪਰ ਉਠਾ ਦਿੰਦਾ ਹੈ।
ओड़क सच रही। अखीर सच दा हमेशा सिर उच्चा हुंदा है, सच हमेशा इज्जतदार बनता है। सतगुरु महाराज जी अगली गल कहते ने, कहते ये मेरे अकाल पुरख दा सच न्याऊ है, जिस ने बेईमान दी निंदिया करन वाले दा पाज खोलिया, लोकां दे सामने लैके आंदा ते सच नूं सुरखरू कीता है। ये उहदा न्याऊ है। अगली गल कहते ने, जो निंदा करे सतगुर पूरे की, सो सच है मार पचाया। ਜਿਹੜਾ सच्चे गुरु दी, पूरे गुरु दी निंदिया करता है ना, उन्होंने सच मार दिंदा है। मार दिंदा दा मतलब है उन्होंने आत्मक तौर पर मौत हो जाती है। जदों ही सच की निंदिया करनी शुरू करता है, उदों ही उहदी आत्मक तौर पर मौत हो जाती है। निंदिया की है? किसी दे बारे सच कहना, ये निंदिया नहीं। निंदिया उहनूं कहंदे ने किसी दे गुणां नूं लुको के उहदे अवगुण अपने कोलों बना के कहना, ये निंदिया। फुੱਲ नूं फुੱਲ कहना फुੱਲ दी उस्तत नहीं हैगी, पर फुੱਲ नूं कंडा कहना ये निंदिया है। उस्तत फुੱਲ नूं फुੱਲ कह दिता, उस्तत थोड़ी वो है ही फुੱਲ। ते जे फुੱਲ नूं कंडा कहांगे तां उहदी फुੱਲ दी निंदिया है। सच्चे नूं झूठा कहना ये सच्चे दी निंदिया है। झूठे नूं झूठा कहना, शराबी नूं शराबी कहना, ये कोई निंदिया थोड़ी है, तो सच है। सच है ना, बाणी ने सच बोलना ते सच सुनना सिखाया है ना। सच सुनाया सी सच की बेला, सच बोलना ते सच सुनना, ये गुरबाणी ने सानू सिखाया, गुरु साहब जी ने सिखाया। गुरु साहब जी ने जदों वड्डे वड्डे सथानां ते जाके, धार्मिक सथान जिहड़े अपने आप नूं घुमाउंदे सी, उन्हां दे विच जाके जदों उन्हां दी असलीयत नूं अगे लिआंदा, तां गुरु ने कोई निंदिया थोड़ी कीती, उन्हां दी सच्चाई दसी लोकां नूं। भाई भलिओ, तुसीं गलत पासे तुरे फिरदे हो, तुसीं सही तरीके नाल उस रब नूं नहीं जे याद कर रहे। उन्हां नूं मार्ग दिखाया, सच्चा मार्ग। सतगुरु पातशाह कहते, जो निंदा करे सतगुर पूरे की। जेड़े पूरे सतगुरु की निंदा करते हैं, जेड़े पूरे सतगुरु दे विच मिलावट बना के लोकां विच पेश करते हैं, निंदा करते हैं सतगुरु पूरे दी, पातशाह कहते सो सच है मार पचाया। सच है, सच है भाव अकाल पुरख ने, उस परमात्मा ने उन्हां दा पाज उधार दिता, उन्हां नूं आत्मक तौर पर मार दिता, वो मर गए। ये अखर तिन आखिया जिन जगत सब उपाया। ये अखर न्याय वाला, ये न्याय वाला, इस सच नूं उबारिया ते झूठ दा पाज खोलिया, सच नूं सिफत दिती ते झूठ नूं बेइज्जती मिली। ये वाला अखर जिहड़ा है ना, तिन आखिया, उस परमात्मा ने आप बनाया। ये उस परमात्मा ने आप ये गल सुनाई, जिन जगत सब उपाया, जिसने सारे जगत नूं पैदा किया, जिसने सारे जगत नूं बनाया। ये सिक्ख्या सतगुरु गुरु रामदास महाराज जी अपने श्लोक विच बख्शिश कर रहे हैं। गुरु महाराज जी ने इस श्लोक दे विच सानू निंदा करन ते निंदा सुनन तो गुरेजिया है। किते ना सोचना निंदा करन वाला ही भागीदार है। सत संगत जी, निंदा सुनन वाला भी उन्ना ही भागीदार है जिन्ना निंदा करन वाला है। जिस तरह जुल्म करन वाला भी उन्ना ही भागीदार है, उन्ना गुनहगार है, ते जेड़ा जुल्म नूं सहंदा है वो भी उन्ना ही भागीदार है। क्यों? क्योंकि बाणी विच बाबे ने यह गल साफ कही है कि जे तेरे उत्ते कोई जुल्म करदा है तो डरना नहीं है, जुल्म का टकरा करना है। पातशाह ने बाणी विच कहा ना, गुरु तेग बहादुर साहब जी के बचन आप सब सुनते हो, पढ़ते हो। जो साडे घरां विच अखंड पाठ साहब रखा जाता है जां सहज पाठ की समाप्ति करते हैं, सारे गाउने आ। पातशाह जी कहते ने ना, पै काहू को देत नह, न पै मानत आन। ना डरना ते ना डराउना। जे डराउना किसी नूं डराउना, अपने तो माड़े नूं डराउना जे जुल्म है, तो अपने तो तगड़े तो डरना भी एक बहुत वड्डा जुल्म है।
ਜੇ ਤੇਰੇ ਵਿੱਚ ਸੱਚ ਬੋਲਣ ਦੀ ਸ਼ਮਤਾ ਨਹੀਂ ਤਾਂ ਮਹਾਰਾਜ ਕਹਿੰਦੇ ਤੂੰ ਆਤਮਿਕ ਤੌਰ ਤੇ ਮਰਿਆ ਹੋਇਆ ਹੈ, ਤੇਰਾ ਜ਼ਮੀਰ ਜਾਗਦਾ ਨਹੀਂ ਹੈ, ਤੂੰ ਕੁਝ ਵੀ ਨਹੀਂ ਕਰ ਸਕਦਾ, ਤੂੰ ਆਤਮਿਕ ਤੌਰ ਤੇ ਸੜ ਗਿਆ ਹੈ, ਮਰ ਗਿਆ ਹੈ। ਜਿਹਨੂੰ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਦੇ ਗੁਣ ਚੰਗਿਆਈ ਤੇਰੇ ਵਿੱਚ ਹੈ ਪਰ ਤੂੰ ਉਹਦੀ ਵਰਤੋਂ ਨਹੀਂ ਕੀਤੀ, ਪਈ ਪਈ ਗਲ ਗਈ, ਸੜ ਗਈ। ਜਿਵੇਂ ਬਾਜ਼ਾਰ ਤੋਂ ਅਸੀਂ ਸਬਜ਼ੀ ਲੈ ਕੇ ਆਉਨੇ ਆ, ਉਸ ਸਬਜ਼ੀ ਨੂੰ ਆਪਣੇ ਘਰ ਦੇ ਵਿੱਚ ਰੱਖ ਲੈਂਦੇ ਆ, ਇੱਕ ਦਿਨ ਨਾ ਬਣਾਈਏ ਫ੍ਰਿਜ 'ਚ ਰੱਖ ਦਿੰਦੇ ਆ, 2 ਦਿਨ ਨਾ ਬਣਾਈਏ ਫ੍ਰਿਜ 'ਚ ਰੱਖੀ ਰਹਿੰਦੀ ਹੈ, 3 ਕੁ ਦਿਨ ਤੱਕ ਚੱਲਦੀ, ਮੇਰਾ ਖਿਆਲ 3-4 ਦਿਨ ਬਾਅਦ ਉਹ ਸਬਜ਼ੀ ਬਣਾਉਣ ਲਾਇਕ ਹੁੰਦੀ ਨਹੀਂ ਹੋਏਗੀ, ਖਰਾਬ ਹੋ ਜਾਏਗੀ। ਰੱਬ ਦੇ ਗੁਣ ਚੰਗਿਆਈ ਸਾਡੇ ਅੰਦਰ ਹੈ, ਪਰ ਉਸ ਚੰਗਿਆਈ ਨੂੰ, ਉਸ ਗੁਣਾਂ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਇਆ, ਜਿਸ ਕਰਕੇ ਉਹ ਪਏ ਪਏ ਗਲ ਗਏ। ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਗੁਣ ਜਿਹੜੇ ਤੇਰੇ ਵਿੱਚ ਸੀ ਨਾ, ਤੇਰੇ ਆਪਣੇ ਸੀਗੇ, ਉਹ ਗੁਣ ਪਏ ਪਏ ਸੜ ਗਏ। ਕਿਉਂ? ਕਿਉਂਕਿ ਤੂੰ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਵਰਤੋਂ ਨਹੀਂ ਕੀਤੀ। ਸਤਿਗੁਰੂ ਮਹਾਰਾਜ ਰਹਿਮਤ ਕਰਨ। ਗੁਰੂ ਮਹਾਰਾਜ ਜੀ ਦਾ ਬਚਨ ਸਾਡੇ ਹਿਰਦੇ ਵਿੱਚ ਵਸੇ, ਗੁਰੂ ਕੀ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ। ਅਸੀਂ ਗੁਰੂ ਵਾਲੇ ਬਣੀਏ, ਗੁਰੂ ਕੋਲ ਆਈਏ, ਗੁਰੂ ਦੀ ਵਿਚਾਰ ਸੁਣੀਏ, ਗੁਰੂ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਪਰਾਈ ਨਿੰਦਿਆ ਕਰਨੀ ਤੇ ਕਰਾਉਣੀ, ਸੁਣਨੀ ਤੇ ਸੁਣਾਉਣੀ, ਦੋਵੇਂ ਚੀਜ਼ਾਂ ਬੰਦ ਕਰੀਏ ਤਾਂ ਜੋ ਗੁਰੂ ਦਾ ਉਪਦੇਸ਼ ਸਾਡੀ ਜ਼ਿੰਦਗੀ ਦਾ ਆਧਾਰ ਬਣ ਸਕੇ। ਬੇਅੰਤ ਭੁੱਲਾਂ ਸਤਿਗੁਰੂ ਮਹਾਰਾਜ ਜੀ ਦੀ ਅਗਾਧ ਬੁੱਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣਯੋਗ ਨੇ, ਭੁੱਲਾਂ ਬਖਸ਼ ਲੈਣੀਆਂ ਜੀ। ਗੁਰੂ ਦੀ ਬਾਣੀ ਸਤਿਗੁਰੂ ਮਹਾਰਾਜ ਜੀ ਸਭਨਾਂ ਦੇ ਹਿਰਦਿਆਂ ਵਿੱਚ ਵਸੇ। ਐਸੀ ਸਭਨਾਂ ਲਈ ਅਰਦਾਸ, ਭੁੱਲਾਂ ਚੁੱਕਾਂ ਦੀ ਖਿਮਾ। ਬੜੇ ਪਿਆਰ ਨਾਲ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।